परम सत्कारयोग साध संगत जी, सारी ही रसना पवित्र कर लीए ते आखिए धन श्री सतगुरु प्रताप सिंह जी, धन श्री सतगुरु जगजीत सिंह जी, धन श्री सतगुरु उदय सिंह जी। साध संगत जी, साखी का सिरलेख है, तिथे तू समरथ जिथे कोए नाहे, ओथे तेरी रख अग्नि उदर माहे। सतगुरु अकाल पुरख सिख दी हर औंकड़ विच उसकी रख्या करता है। ओथे हथ ना अपड़ै, कूक न सुनिए पुकार, ओथे सतगुर बेली होवै, कढ़ लवै अंती वार। साधु प्रताप सिंह जी ने अपने प्यारे ते सिदकी सिख दलीप सिंह जी नूं किस तरह एक भयानक रात वेले जंगल विच चितरे तो बचाया। उन्हां दी इह साखी अते कुछ होर साखियां उन्हां दे अपने हत्थ दीआं लिखियां होईयां उन्हां दे पोतरे संत प्रीतिपाल सिंह जी कोलों सानूं मिलियां हन। संत दलीप सिंह जी लिखते हैं कि यह वार्ता 1942 सन दी है। उन्हां दिनां विच सतगुरु जी की हजूरी विच मंडी सन। सच्चे पातशाह जी उस वेले मंडी दे नेड़े दरिया दे किनारे बनी अपनी कोठी विच सन। सतगुरु जी ने उन्हां नूं हुक्म किया कि असीं सवेरे सुकेत, अजकल सुकेत का नाम सुंदर नगर है, उत्थे जाना है। पर जे बारिश हो गई तो रस्ते विच आउंदी रत्ती खड्ड विच पानी आ जाना है अते उत्थों कारां नहीं लंघ सकणगियां। तू सुकेत जाण लई तैयार हो जा। उत्थे सुकेत तो उरा ही झुग्गियां विच ड्राइवर लाल सिंह दा भरा गज्जण सिंह रहिंदा है। घोड़े उत्थे आ गए होणगे, जे ना आए होए तां उस नूं बिलासपुर भेज देना, घोड़े लै आवे। ਉਹ घोड़े रत्ती खड्ड तक लैके आने। दलीप सिंह जी 7 बजे नहा के अपने कपड़े वगैरह लैके ਚੱਲਣ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਮੱਥਾ ਟੇਕਣ ਗਏ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ 2 ਬੈਟਰੀਆਂ ਨਾਲ ਲੈ ਲਵੀਂ ਅਤੇ ਨਾਲ ਹੀ ਉਹਨਾਂ ਦੇ ਮੋਢੇ ਉੱਤੇ ਆਪਣਾ ਪਵਿੱਤਰ ਹਸਤਕਮਲ ਰੱਖ ਕੇ ਬਚਨ ਕੀਤਾ ਕਿ ਤੂੰ ਡਰੀ ਨਾ ਬਿਲਕੁਲ ਵੀ। ਜੰਗਲੀ ਜਾਨਵਰ ਅੱਗ ਤੋਂ ਬੜਾ ਡਰਦਾ ਹੈ। ਉਹਨਾਂ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਮੰਡੀ ਤੋਂ ਇਸ ਨੂੰ ਇੱਕ ਸਾਈਕਲ ਦੇ ਦਿਓ। ਦਲੀਪ ਸਿੰਘ ਜੀ ਨੇ 7 ਵਜੇ ਨਹਾ ਕੇ 2 ਬੈਟਰੀਆਂ ਆਪਣੇ ਨਾਲ ਲਈਆਂ ਅਤੇ ਸਾਈਕਲ ਤੇ ਸਵਾਰ ਹੋ ਕੇ ਮੰਡੀ ਤੋਂ ਚੱਲ ਪਏ। ਉਹ ਦੱਸਦੇ ਹਨ ਕਿ ਮੰਡੀ ਤੱਕ ਜਾਂਦਿਆਂ ਹੀ ਵਾਹ ਹਨੇਰਾ ਹੋ ਗਿਆ। ਬੱਤੀਆਂ ਜਗ ਪਈਆਂ ਸਨ। ਉਹ ਅਜੇ ਮੰਡੀ ਤੋਂ ਬਾਹਰ ਹੀ ਨਿਕਲੇ ਸਨ ਕਿ ਬੜਾ ਬੱਦਲ ਚੜਿਆ ਅਤੇ ਗੱਜੇ, ਨਾਲ ਹੀ ਬਿਜਲੀ ਲਿਸ਼ਕੇ। ਉਹ ਆਪਣੇ ਧਿਆਨ ਵਾਹੋ ਦਾ ਹੀ ਚਲੇ ਜਾ ਰਹੇ ਸਨ, ਪਰ ਪਿਛਲੀਆਂ ਬੱਤੀਆਂ ਵੀ ਬੁਝ ਗਈਆਂ ਅਤੇ ਹਨੇਰਾ ਘੂਪ ਹੋ ਗਿਆ। ਉਹ ਮੰਡੀ ਤੋਂ ਅਜੇ 2 ਜਾਂ 3 ਮੀਲ ਹੀ ਗਏ ਹੋਣਗੇ ਕਿ ਅੱਗੇ ਸੜਕ 'ਤੇ ਖਲੋਤਾ ਇੱਕ ਚਿੱਤਰਾ ਮਿਲ ਗਿਆ। ਉਹਨਾਂ ਨੂੰ ਬੜਾ ਹੀ ਭੈ ਆਇਆ, ਬੜਾ ਡਰ ਗਏ, ਪਰ ਉਹਨਾਂ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਬੈਟਰੀਆਂ ਜਗਾਈਆਂ ਅਤੇ ਚਿੱਤਰਾ ਖੱਡ ਵੱਲ ਉਤਰ ਗਿਆ। ਪਰ ਉਹ ਬੜਾ ਡਰ ਗਏ। ਬੱਦਲ ਵੀ ਗੱਜੇ ਅਤੇ ਚਮਕੇ। ਉਹ ਚੜ੍ਹਾਈ ਵਾਲੀ ਥਾਂ ਤੋਂ ਉਤਰ ਕੇ ਚੱਲਣ ਅਤੇ ਜਿੱਥੇ ਉਤਰਾਈ ਹੋਏ ਉੱਥੇ ਸਾਈਕਲ 'ਤੇ ਚੜ੍ਹ ਕੇ ਚੱਲ ਪੈਣ। ਉਹ ਅਜੇ ਥੋੜ੍ਹੀ ਦੂਰ ਹੀ ਗਏ ਸਨ ਕਿ ਚਿੱਤਰਾ ਫਿਰ ਸਾਹਮਣੇ ਆ ਖਲੋਤਾ। ਬਸ ਫਿਰ ਕੀ ਸੀ, ਉਹਨਾਂ ਦਾ ਤੇ ਰੰਗ ਫੱਕ ਹੋ ਗਿਆ, ਲੱਤਾਂ ਡੋਲ ਗਈਆਂ, ਸਰੀਰ ਵਿੱਚੋਂ ਤਾਕਤ ਹੀ ਖਤਮ ਹੋ ਗਈ। ਉਹਨਾਂ ਨੇ ਫਿਰ ਬੈਟਰੀਆਂ ਜਗਾਈਆਂ, ਪਰ ਇੱਕ ਬੈਟਰੀ ਦਾ ਬਲਬ ਫਿਊਜ਼ ਹੋ ਗਿਆ। ਚਿੱਤਰਾ ਤੇ ਪਹਾੜ ਵੱਲ ਚਲਾ ਗਿਆ, ਪਰ ਉਹਨਾਂ ਦਾ ਮਨ ਡੋਲ ਗਿਆ। ਉਹ ਸੋਚਣ ਲੱਗ ਪਏ ਕਿ ਸੁਣਨ ਵਿੱਚ ਆਉਂਦਾ ਹੈ ਕਿ ਚਿੱਤਰਾ ਬੰਦੇ ਦਾ ਪਿੱਛਾ ਨਹੀਂ ਛੱਡਦਾ। ਉਹ ਦੱਸਦੇ ਹਨ ਕਿ ਭਜਨ ਬੜਾ ਹੋਈ ਜਾਵੇ, ਪੁੜਪੜੀਆਂ ਥੱਕ ਗਈਆਂ। ਜਿੰਨਾ ਭਜਨ ਉਸ ਰਾਤ ਹੋਇਆ ਉਹਨਾਂ ਸਾਰੀ ਉਮਰ ਨਹੀਂ ਹੋਇਆ। ਉਹ ਉਸ ਥਾਂ ਤੋਂ ਲੰਘੇ ਤੇ ਸਹੀ, ਪਰ ਉਹਨਾਂ ਦੇ ਸਰੀਰ ਵਿੱਚ ਸਾਹ ਸੱਤ ਹੀ ਮੁੱਕ ਗਿਆ। ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਚਿੱਤਰਾ ਫਿਰ ਅੱਗੇ ਆ ਕੇ ਖਲੋ ਗਿਆ। ਇਸ ਵਾਰੀ ਉਹ ਚਿੱਤਰਾ ਸੜਕ ਦੇ ਵਿਚਕਾਰ ਰਾਹ ਰੋਕ ਕੇ ਖਲੋ ਗਿਆ। ਅੱਗੇ ਲੰਘਣ ਦਾ ਚਾਂਸ ਹੀ ਨਾ ਰਿਹਾ। ਉਹਨਾਂ ਦੀ ਤੇ ਬੱਸ ਹੋ ਗਈ। ਉਹ ਸੋਚਣ ਲੱਗੇ ਕਿ ਬਸ ਮੈਂ ਤੇ ਹੁਣ ਘੜੀ ਦੋ ਘੜੀ ਹੀ ਹਾਂ, ਨਾ ਅਗਲਿਆਂ ਨੂੰ ਪਤਾ ਲੱਗਣਾ ਹੈ ਤੇ ਨਾ ਪਿਛਲਿਆਂ ਨੂੰ ਪਤਾ ਲੱਗਣਾ ਹੈ। ਉਹਨਾਂ ਨੇ ਫਿਰ ਬੈਟਰੀ ਜਗਾਈ, ਪਰ ਚਿੱਤਰਾ ਸੜਕ ਤੋਂ ਨਾ ਹਟਿਆ। ਉਹਨਾਂ ਦਾ ਤੇ ਸਾਹ ਹੀ ਸੁੱਕਦਾ ਜਾਵੇ। ਲਾਗੇ ਚਾਗੇ ਕੋਈ ਦਰਖਤ ਵੀ ਨਾ ਦਿਸੇ। ਬੱਦਲ ਵੀ ਆਖੇ ਕਿ ਮੈਂ ਅੱਜ ਹੀ ਹਾਂ। ਗੱਜੇ ਤੇ ਲਿਸ਼ਕੇ, ਪਹਾੜ ਵੀ ਬੜੇ ਭਿਆਨਕ ਦਿਸਣ। ਉਹਨਾਂ ਨੇ ਸੋਚਿਆ ਕਿ ਹੁਣ ਹੋਰ ਤੇ ਕੋਈ ਚਾਰਾ ਨਹੀਂ,
ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੀ ਕਰਾਂ। ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਨੇ ਭਾਈ ਰਾਏ ਸਿੰਘ ਜੀ ਨੂੰ ਜੰਗਲ ਵਿੱਚ ਸ਼ੇਰ ਤੋਂ ਬਚਾਇਆ ਸੀ, ਹੁਣ ਮੇਰੇ 'ਤੇ ਵੀ ਕਿਰਪਾ ਕਰਨ। ਉਹਨਾਂ ਨੂੰ ਬਹੁਤ ਵੱਡਾ ਹੌਕਾ ਆਇਆ। ਉਹਨਾਂ ਨੇ ਦਿਲ ਨੂੰ ਥੋੜ੍ਹਾ ਕਾਇਮ ਕਰਕੇ ਸਾਈਕਲ ਇੱਕ ਪਾਸੇ ਖੜ੍ਹਾ ਕਰ ਲਿਆ। ਉਹਨਾਂ ਦੇ ਹੱਥ ਵਿੱਚ ਇੱਕ ਨਿੱਕਾ ਜਿਹਾ 1.5-2 ਫੁੱਟ ਦਸਤੇ ਵਾਲਾ ਅੰਮ੍ਰਿਤ ਛਕਾਉਣ ਵਾਲਾ ਸਫਾ ਜੰਗ ਸੀ। ਉਹਨਾਂ ਨੇ ਅਰਦਾਸ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਇਹੋ ਜਿਹਾ ਕੌਤਕ ਦਿਸਿਆ ਕਿ ਜਿਹੜਾ ਇੱਕ ਅਲੌਕਿਕ ਹੀ ਨਜ਼ਾਰਾ ਸੀ। ਜਦੋਂ ਉਹਨਾਂ ਨੇ ਇਹ ਕਿਹਾ ਕਿ ਪ੍ਰੀਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਤਾਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਦਰਸ਼ਨ ਹੋ ਗਏ। ਇਸ ਤਰ੍ਹਾਂ ਜਿਸ ਗੁਰੂ ਦਾ ਵੀ ਨਾਂ ਲੈਂਦੇ ਰਹੇ, ਉਸੇ ਗੁਰੂ ਦੀ ਫੋਟੋ ਸਾਹਮਣੇ ਆਉਂਦੀ ਰਹੀ। ਪਰ ਜਦੋਂ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਭ ਥਾਈਂ ਹੋਏ ਸਹਾਇ ਕਿਹਾ, ਤਾਂ ਝੱਟ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਉਹਨਾਂ ਦੇ ਮੋਢੇ 'ਤੇ ਹੱਥ ਰੱਖ ਦਿੱਤਾ। ਦਲੀਪ ਸਿੰਘ ਜੀ ਨੇ ਦਰਸ਼ਨ ਕੀਤੇ ਅਤੇ ਝਟਪਟ ਚਰਨਾਂ 'ਤੇ ਸਿਰ ਰੱਖ ਦਿੱਤਾ। ਉਹਨਾਂ ਨੂੰ ਨਹੀਂ ਪਤਾ ਕਿ ਕਿੰਨਾ ਚਿਰ ਚਰਨਾਂ 'ਤੇ ਸਿਰ ਰੱਖਿਆ। ਉਹਨਾਂ ਨੇ ਆਪਣਾ ਸਿਰ ਉਦੋਂ ਚੁੱਕਿਆ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਹਾ ਕਿ ਦਲੀਪ ਸਿੰਘ ਤੂੰ ਡਰ ਨਾ, ਤੇਰਾ ਕੁਝ ਨਹੀਂ ਵਿਗੜਦਾ। ਇੰਨੇ ਵਿੱਚ ਬੜੀ ਜ਼ੋਰ ਦੀ ਬਿਜਲੀ ਚਮਕੀ। ਉਸ ਚਮਕ ਨਾਲ ਉਹਨਾਂ ਦੀਆਂ ਅੱਖਾਂ ਝੁੰਧਿਆ ਗਈਆਂ। ਜਦੋਂ ਅੱਖਾਂ ਖੋਲ੍ਹੀਆਂ ਤੇ ਨਾ ਉੱਥੇ ਚਿਤਰਾ ਸੀ, ਨਾ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਨ। ਪਰ ਪਤਾ ਨਹੀਂ ਸਤਿਗੁਰੂ ਜੀ ਕੀ ਕਿਰਪਾ ਕਰ ਗਏ ਕਿ ਉਹਨਾਂ ਦੇ ਵਿੱਚ ਇੰਨਾ ਬਲ ਆ ਗਿਆ ਕਿ ਉਹ ਸੋਚਣ ਲੱਗ ਪਏ ਕਿ ਜੇ ਚਿਤਰਾ ਮੈਨੂੰ ਪੈ ਜਾਂਦਾ ਤੇ ਮੈਂ ਉਹਦਾ ਢਿੱਡ ਪਾੜ ਦੇਣਾ ਸੀ। ਉਸ ਤੋਂ ਬਾਅਦ ਉਹ ਦਬਾ ਦਬ ਚੱਲ ਪਏ। ਪਰ ਜਦੋਂ ਖੱਡ ਤੋਂ ਉਰਲੇ ਪਾਸੇ ਪਹੁੰਚੇ ਤਾਂ ਉੱਥੇ ਪੁਲਿਸ ਦੀ ਚੌਂਕੀ ਸੀ। ਉਹਨਾਂ ਨੂੰ ਸਿਪਾਹੀਆਂ ਨੇ ਘੇਰ ਲਿਆ ਕਿ ਤੂੰ ਰਾਤ ਨੂੰ ਕੋਈ ਵਾਰਦਾਤ ਕਰਕੇ ਭੱਜਿਆ ਹੈ। ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਤੇ ਸੁਕੇਤ ਜਾਣਾ ਹੈ, ਸਤਿਗੁਰੂ ਜੀ ਵਾਸਤੇ ਘੋੜੇ ਲਿਆਉਣੇ ਹਨ। ਸਿਪਾਹੀ ਆਪਣੇ ਵੱਡੇ ਅਫਸਰ ਕੋਲ ਲੈ ਗਏ। ਉਸ ਨੇ ਆਖਿਆ ਕਿ ਇਹਨੂੰ ਜ਼ਮਾਨਤ ਲੈ ਕੇ ਛੱਡ ਦਿਓ। ਦਲੀਪ ਸਿੰਘ ਜੀ ਨੇ ਪੁੱਛਿਆ ਕਿ ਇੱਥੇ ਕੋਈ ਪੰਜਾਬੀ ਰਹਿੰਦੇ ਹਨ, ਤਾਂ ਉਸ ਅਫਸਰ ਨੇ 2 ਸਿਪਾਹੀ ਉਹਨਾਂ ਦੇ ਨਾਲ ਘੱਲ ਦਿੱਤੇ। ਉੱਥੇ ਕੁਝ ਝੁੱਗੀਆਂ ਸਨ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਦਲੀਪ ਸਿੰਘ ਜੀ ਨੇ ਉੱਚੀ ਸਾਰੀ ਆਵਾਜ਼ ਮਾਰੀ, ਸੰਤ ਜੀ। ਉੱਥੋਂ ਜਥੇਦਾਰ ਪ੍ਰੀਤਮ ਸਿੰਘ ਜੀ ਪੱਟੀ ਵਾਲੇ ਨਿਕਲ ਆਏ। ਉਹਨਾਂ ਨੇ ਦਲੀਪ ਸਿੰਘ ਜੀ ਦੀ ਪੁਲਿਸ ਕੋਲੋਂ ਜਾਨ ਛੁਡਾਈ। ਦਲੀਪ ਸਿੰਘ ਜੀ ਨੇ ਉਹਨਾਂ ਨੂੰ ਦੱਸਿਆ ਕਿ ਸਤਿਗੁਰੂ ਜੀ ਨੇ ਸਵੇਰੇ ਸੁਕੇਤ ਪਹੁੰਚਣਾ ਹੈ ਅਤੇ ਮੈਂ ਉਹਨਾਂ ਦੇ ਹੁਕਮ ਅਨੁਸਾਰ ਗੱਜਣ ਸਿੰਘ ਜੀ ਕੋਲ ਘੋੜਿਆਂ ਬਾਬਤ ਪੁੱਛਣ ਲਈ ਜਾਣਾ ਹੈ। ਪ੍ਰੀਤਮ ਸਿੰਘ ਜੀ ਕਹਿਣ ਲੱਗੇ ਕਿ ਚਲੋ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਹਾਂ। ਉਹਨਾਂ ਨੇ ਇੱਕ ਲਾਲਟੈਨ ਹੱਥ ਵਿੱਚ ਫੜ ਲਈ ਅਤੇ ਚੱਲ ਪਏ। ਉਹ ਜਦੋਂ ਤੁਰਦੇ ਸਨ ਤਾਂ ਉਹਨਾਂ ਨੂੰ ਆਪਣੇ ਨਾਲ ਘੋੜਿਆਂ ਦੇ ਚੱਲਣ ਦੀ ਆਵਾਜ਼ ਆਉਂਦੀ ਸੀ ਅਤੇ ਜਦੋਂ ਖਲੋਂਦੇ ਸਨ ਤਾਂ ਆਵਾਜ਼ ਆਉਣੀ ਬੰਦ ਹੋ ਜਾਂਦੀ ਸੀ। ਬੜੇ ਹੀ ਹੈਰਾਨ ਹੋ ਰਹੇ ਸਨ ਕਿ ਇਹ ਆਵਾਜ਼ ਕਿੱਥੋਂ ਆਉਂਦੀ ਹੈ। ਉਹ ਦਬਾ ਦਬ ਚੱਲ ਕੇ ਗੱਜਣ ਸਿੰਘ ਜੀ ਦੀ ਝੁੱਗੀ ਦੇ ਨੇੜੇ ਪਹੁੰਚ ਗਏ ਅਤੇ ਉਹਨਾਂ ਨੂੰ ਆਵਾਜ਼ ਮਾਰੀ। ਉਹ ਝਟਪਟ ਉੱਠ ਕੇ ਬਾਹਰ ਆਏ ਅਤੇ ਦੱਸਿਆ ਕਿ ਇੱਥੇ ਕੁੱਤਾ ਸੀ। ਉਹ ਕੁੱਤਾ ਬੜਾ ਭਿਆਨਕ ਸੀ, ਚਿੜੀ ਨੂੰ ਵੀ ਨੇੜੇ ਨਹੀਂ ਸੀ ਫਿਟਕਣ ਦਿੰਦਾ। ਪਰ ਸਤਿਗੁਰੂ ਜੀ ਨੇ ਪਤਾ ਨਹੀਂ ਕੀ ਕਿਰਪਾ ਕੀਤੀ ਕਿ ਉਹ ਭੌਂਕਿਆ ਵੀ ਨਹੀਂ। ਦਲੀਪ ਸਿੰਘ ਜੀ ਨੇ ਉਹਨਾਂ ਨਾਲ ਸਾਰੀ ਗੱਲ ਕੀਤੀ ਕਿ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਜੇ ਘੋੜੇ ਇੱਥੇ ਨਹੀਂ ਆਏ ਤਾਂ ਝਟਪਟ ਜਾ ਕੇ ਲੈ ਆਓ। ਪਰ ਉਹਨਾਂ ਨੇ ਕਿਹਾ ਕਿ ਘੋੜੇ ਪਹੁੰਚ ਗਏ ਹਨ। ਦਲੀਪ ਸਿੰਘ ਜੀ ਦੇ ਉੱਥੇ ਪਹੁੰਚਣ ਦੀ ਦੇਰ ਸੀ ਕਿ ਬੜੀ ਜ਼ੋਰ ਦੀ ਬਾਰਿਸ਼ ਸ਼ੁਰੂ ਹੋ ਗਈ। ਦਿਨ ਚੜ੍ਹਦੇ ਨੂੰ ਜਲ ਥਲ ਹੋ ਗਿਆ। ਉਹ ਟੈਲੀਫੋਨ ਕਰਨ ਗਏ, ਪਰ ਪਤਾ ਲੱਗਾ ਕਿ ਖੰਭੇ 'ਤੇ ਤਾਰਾਂ ਟੁੱਟ ਗਈਆਂ ਹੋਈਆਂ ਹਨ, ਟੈਲੀਫੋਨ ਨਹੀਂ ਹੋ ਸਕਦਾ। ਉਹ 2 ਘੋੜੇ ਲੈ ਕੇ ਰੱਤੀ ਖੱਡ ਪਹੁੰਚੇ। ਦੂਸਰੇ ਪਾਸੇ ਸਤਿਗੁਰੂ ਜੀ ਵੀ ਆਏ ਹੋਏ ਸਨ। ਉਹਨਾਂ ਨੇ ਦੂਰੋਂ ਹੀ ਇਸ਼ਾਰਾ ਕੀਤਾ ਕਿ ਅੱਗੇ ਨਾ ਆਓ, ਕਿਉਂਕਿ ਪਾਣੀ ਬਹੁਤ ਸੀ ਅਤੇ ਪਹਾੜਾਂ ਤੋਂ ਡਿੱਗਣ ਕਰਕੇ ਬੜਾ ਜ਼ੋਰ ਨਾਲ ਵਗਦਾ ਸੀ। ਉਸ ਦੀ ਇੰਨੀ ਰੋੜ ਸੀ ਕਿ ਕਿਸੇ ਦੇ ਪੈਰ ਨਹੀਂ ਸਨ ਟਿਕਦੇ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਸਾਰੇ ਜਣੇ ਬਾਹਾਂ ਵਿੱਚ ਬਾਹਾਂ ਪਾ ਕੇ ਚੱਲੋ। ਸਤਿਗੁਰੂ ਜੀ ਦੀਆਂ ਬਾਹਾਂ ਵਿੱਚ ਸੰਤ ਆਲਾ ਸਿੰਘ ਜੀ, ਅੱਗੋਂ ਸੰਤ ਲਾਲ ਸਿੰਘ ਜੀ ਡਰਾਈਵਰ, ਸੂਬਾ ਵਰਿਆਮ ਸਿੰਘ, ਸੰਤ ਰਤਨ ਸਿੰਘ ਜੀ ਲਾਂਗਰੀ, ਭਾਈ ਜੀ ਸੰਤ ਹਾਕਮ ਸਿੰਘ ਜੀ ਕਾਲੋਕਿਆਂ ਵਾਲੇ, ਸਾਰੇ ਦੇ ਸਾਰੇ ਲਾਈਨ ਬਣਾ ਕੇ ਟੁਰ ਪਏ। ਦਲੀਪ ਸਿੰਘ ਜੀ ਦੱਸਦੇ ਹਨ ਕਿ ਉਹ ਨਜ਼ਾਰਾ ਬਹੁਤ ਹੀ ਜ਼ਿਆਦਾ ਸੋਹਣਾ ਸੀ। ਜਦੋਂ ਅੱਧ ਵਿੱਚ ਆਏ ਤਾਂ ਸੂਬਾ ਵਰਿਆਮ ਸਿੰਘ ਜੀ ਦੇ ਪੈਰ ਉਖੜ ਗਏ। ਸਤਿਗੁਰੂ ਜੀ ਨੇ ਬਾਂਹ ਨਾਲ ਐਸਾ ਝਟਕਾ ਮਾਰਿਆ ਕਿ ਉਹਨਾਂ ਦੇ ਪੈਰ ਟਿਕ ਗਏ।
ਇਸ ਤਰ੍ਹਾਂ ਸਾਰੇ ਸਰੀਰ ਪਾਰ ਲੰਘ ਗਏ। ਸਤਿਗੁਰੂ ਜੀ ਦੇ ਆਉਣ 'ਤੇ ਸਾਰਿਆਂ ਨੇ ਨਮਸਕਾਰਾਂ ਕੀਤੀਆਂ। ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਰਾਜੀ ਖੁਸ਼ੀ ਪੁੱਛੀ। ਥੋੜ੍ਹੇ ਥੋੜ੍ਹੇ ਬੱਦਲ ਅਜੇ ਵੀ ਹੈਗੇ ਸਨ ਅਤੇ ਬਰੀਕ ਬਰੀਕ ਕਣੀ ਵੀ ਪੈਂਦੀ ਸੀ। ਸਤਿਗੁਰੂ ਜੀ ਨੇ ਹੁਕਮ ਕੀਤਾ, ਘੋੜਿਆਂ ਦੀਆਂ ਕੰਢਾਂ ਗਿੱਲੀਆਂ ਹੋ ਗਈਆਂ ਹਨ, ਇਸ ਕਰਕੇ ਟੁਰਦੇ ਹੀ ਚੱਲਦੇ ਹਾਂ। ਸਾਰੇ ਜਣੇ ਪੈਦਲ ਹੀ ਟੁਰ ਪਏ। ਰਸਤੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਪੜ੍ਹਿਆ, ਹਾਲ ਫਕੀਰਾਂ ਦਾ ਜਾ ਕੇ ਕਹਿਣਾ। ਪਤਾ ਨਹੀਂ ਉਸ ਸ਼ਬਦ ਵਿੱਚ ਕੀ ਰਸ ਸੀ, ਮਿਰਜ਼ੇ ਦੀ ਤਰਜ ਸੀ। ਸਾਰੇ ਹੀ ਵੈਰਾਗੀ ਹੋ ਗਏ। ਸਾਰਿਆਂ ਦੇ ਅੱਥਰੂ ਗਿਰਨ ਲੱਗ ਪਏ। ਸਾਧੂ ਪ੍ਰਤਾਪ ਸਿੰਘ ਜੀ ਆਪ ਵੀ ਵੈਰਾਗੀ ਹੋ ਗਏ। ਉਹਨਾਂ ਦੇ ਨੇਤਰਾਂ ਵਿੱਚੋਂ ਵੀ ਜਲ ਆ ਗਿਆ। ਉਹ ਦੱਸਦੇ ਹਨ ਕਿ ਉਹ ਸਵਾਦ ਅੱਜ ਤੱਕ ਮੁੜ ਕੇ ਨਹੀਂ ਆਇਆ। ਉਸ ਸਵਾਦ ਨੂੰ ਉਹ ਹੀ ਜਾਣਦੇ ਹਨ ਜਿਨ੍ਹਾਂ ਨੇ ਸੁਣਿਆ ਸੀ। ਦੱਸਣ ਵਿੱਚ ਬੜਾ ਫਰਕ ਹੈ। ਸੰਗਤ ਦਾ ਡੇਰਾ ਮਾਈ ਪੁੱਲ ਵਾਲੀ ਦੇ ਘਰ ਸੀ। ਲੰਗਰ ਵੀ ਉੱਥੇ ਸੀ। ਮਾਈ ਤੇ ਮਸਤਾਨੀ ਹੋ ਗਈ। ਸਤਿਗੁਰੂ ਜੀ ਦਾ ਮੰਜਾ ਨਵੀਂ ਬਣ ਰਹੀ ਧਰਮਸ਼ਾਲਾ ਵਿੱਚ ਢਾ ਦਿੱਤਾ। ਸੰਗਤਾਂ ਆ ਕੇ ਮੱਥਾ ਟੇਕ ਕੇ ਬੈਠਦੀਆਂ ਗਈਆਂ। ਸਤਿਗੁਰੂ ਜੀ ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਸੁਣਾਉਣ ਲੱਗ ਪਏ। ਭਾਈ ਜੀ ਇੱਕ ਪਾਸੇ ਜਾ ਕੇ ਬੈਠ ਗਏ। ਦਲੀਪ ਸਿੰਘ ਜੀ ਦੱਸਦੇ ਹਨ ਕਿ ਮੈਂ ਵੀ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ। ਬੜੇ ਉਦਾਸ ਦਿਸਦੇ ਸਨ। ਉਹ ਗੱਲਾਂ ਬਾਤਾਂ ਕਰਦਿਆਂ ਕਹਿਣ ਲੱਗੇ ਕਿ ਅੱਜ ਬੜੀ ਹੈਰਾਨੀ ਵਾਲੀ ਗੱਲ ਵੇਖੀ ਹੈ। ਦਲੀਪ ਸਿੰਘ ਜੀ ਦੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਅੱਜ ਕੋਈ ਅੱਧੀ ਰਾਤ ਦੇ ਵੇਲੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਮੇਰੇ ਉੱਤੇ ਕੰਬਲ ਪਾ ਦੇ, ਠੰਡ ਲੱਗਦੀ ਹੈ। ਜਦੋਂ ਮੈਂ ਕੰਬਲ ਦੇਣ ਲੱਗਾ ਤਾਂ ਚਰਨਾਂ ਨੂੰ ਹੱਥ ਲਾਇਆ, ਲੱਤਾਂ ਨੂੰ ਹੱਥ ਲਾਇਆ ਤਾਂ ਚਰਨ ਬੜੇ ਠੰਡੇ ਸਨ। ਇਸ ਤਰ੍ਹਾਂ ਲੱਗਾ ਜਿਵੇਂ ਗਿੱਲੇ ਹੋਣ। ਮੈਂ ਚਰਨਾਂ ਨੂੰ ਕੰਬਲ ਵਿੱਚ ਵਲੇਟ ਦਿੱਤਾ, ਪਰ ਚਿੰਤਾ ਲੱਗੀ ਹੋਈ ਹੈ ਕਿ ਕੀ ਕਾਰਨ ਹੈ। ਦਲੀਪ ਸਿੰਘ ਜੀ ਨੇ ਰਾਤ ਵਾਲੀ ਸਾਰੀ ਆਪਣੀ ਵਿਥਿਆ ਦੱਸੀ। ਸੁਣ ਕੇ ਭਾਈ ਜੀ ਦੀ ਚਿੰਤਾ ਹਟ ਗਈ। ਕਹਿਣ ਲੱਗੇ ਕਿ ਰਾਤ ਫਿਰ ਤੇਰੀ ਹੀ ਰੱਖਿਆ ਕਰਦੇ ਰਹੇ ਹਨ। ਪਾਠਕ ਜੀ, ਸਾਧ ਸੰਗਤ ਜੀ, ਜਿਸ ਭਿਆਨਕ ਰਾਤ ਨੂੰ ਸੰਤ ਦਲੀਪ ਸਿੰਘ ਜੀ ਨੇ ਸਾਈਕਲ 'ਤੇ 25 ਕਿਲੋਮੀਟਰ ਦਾ ਸਫ਼ਰ ਕੀਤਾ, ਉਸ ਭਿਆਨਕ ਰਾਤ ਦੀ ਭਿਆਨਕਤਾ ਨੂੰ ਧਿਆਨ ਨਾਲ ਸੋਚੋ। ਸਤਿਗੁਰੂ ਜੀ ਦੇ ਹੁਕਮ ਨੂੰ ਸਿਰ ਮੱਥੇ 'ਤੇ ਮੰਨ ਕੇ ਕਾਲੀ ਬੋਲੀ ਰਾਤ ਵਿੱਚ ਜਦੋਂ ਕਿ ਬੱਦਲ ਵੀ ਗੱਜ ਰਹੇ ਸਨ ਅਤੇ ਬਿਜਲੀ ਵੀ ਚਮਕ ਰਹੀ ਸੀ, ਉਹ ਸਿੱਧਕੀ ਸਿੱਖ ਸਤਿਗੁਰੂ ਜੀ ਦਾ ਆਸਰਾ ਲੈ ਕੇ ਇਕੱਲੇ ਹੀ ਸਾਈਕਲ 'ਤੇ ਜੰਗਲ ਵਿੱਚ ਚੱਲ ਰਹੇ ਸਨ। ਪਤਾ ਨਹੀਂ ਸਤਿਗੁਰੂ ਜੀ ਨੇ ਚਿਤਰਾ ਵੀ ਉਹਨਾਂ ਦਾ ਇਮਤਿਹਾਨ ਲੈਣ ਲਈ ਭੇਜ ਦਿੱਤਾ, ਪਰ ਉਹ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਹੋ ਗਏ। ਸਤਿਗੁਰੂ ਰਾਮ ਸਿੰਘ ਜੀ ਨੇ ਭਾਈ ਰਾਏ ਸਿੰਘ ਜੀ ਨੂੰ ਰਾਤ ਵੇਲੇ ਜੰਗਲ ਵਿੱਚ ਸ਼ੇਰ ਤੋਂ ਬਚਾਇਆ ਸੀ। ਇੱਕ ਕਵੀ ਉਸ ਨਜ਼ਾਰੇ ਨੂੰ ਇਸ ਤਰ੍ਹਾਂ ਵਰਣਨ ਕਰਦਾ ਹੈ, ਸ਼ੇਰ ਹੋਵੇ ਵਿੱਚ ਜੰਗਲੀ ਆਈ, ਸ਼ੇਰ ਹੋਵੇ ਵਿੱਚ ਜੰਗਲੀ ਆਈ ਹੋਵੇ ਰਾਤ, ਚੀਨੀ ਤੇ ਅਸਵਾਰ ਹੋ ਪਾਵੋ ਮੈਂ ਵੱਲ ਝਾਤ, ਇਹੀ ਝਾਕੀ ਅੱਜ ਦੀ ਮੇਰੇ ਦਿਲ ਦੇ ਵਿੱਚ, ਵਸੀ ਰਹੇ ਦਿਨ ਰਾਤ ਹੀ ਪਾਂਦੀ ਰਹੇ ਖਿੱਚ। ਉਹਨਾਂ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਰੂਪ ਵਿੱਚ ਆਪਣੇ ਸਿੱਖ ਨੂੰ ਚਿਤਰੇ ਤੋਂ ਬਚਾਉਣ ਲਈ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਦਰਸ਼ਨ ਦੇ ਕੇ ਉਹਦੀ ਚਿੰਤਾ ਦੂਰ ਕਰ ਦਿੱਤੀ। ਧੰਨ ਧੰਨ ਹਨ ਕਰਨ ਕਾਰਨ ਸਮਰੱਥ ਘਟ ਘਟ ਵਾਸੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਓ ਉਹਨਾਂ ਨੂੰ ਧੰਨ ਧੰਨ ਕਹਿੰਦੇ ਹੋਏ ਉਹਨਾਂ ਦੇ ਚਰਨਾਂ 'ਤੇ ਸ਼ੀਸ਼ ਝੁਕਾ ਲਈਏ। ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਧੰਨ ਸਤਿਗੁਰੂ ਜਗਜੀਤ ਸਿੰਘ ਜੀ।